कैप्टन अमरिंदर सिंह अपनी पार्टी बना रहे हैं, उन्होंने अनाउंस कर दिता कहते कि बीजेपी ਦੇ ਨਾਲ ਵੀ ਅਸੀਂ ਜਾ ਸਕਦੇ। मैं तो पिछले 2.5-3 सालों तो ये कहता सीगा डिजाइनड बाय बीजेपी, एग्जीक्यूटेड बाय कैप्टन अमरिंदर सिंह, सपोर्टड बाय सुखबीर सिंह बादल ਜਾਂ बादल परिवार। मैं गांव भी ਤੁਹਾਨੂੰ ਦੱਸ ਦਿੰਦਾ, ਇਹ ਬੇਸਿਕਲੀ ਇਹ ਜਦੋਂ ਉਹਨਾਂ ਦੀ ਸਪੋਰਟ ਨਾਲ ਜਾਂ ਉਹਨਾਂ ਦੀ ਅਲਾਈਅੰਸ ਨਾਲ ਪਾਰਟੀ ਕੈਪਟਨ ਅਮਰਿੰਦਰ ਸਿੰਘ ਬਣਾਉਣਗੇ, ਇੱਧਰੋਂ ਬੀਐਸਪੀ ਨਾਲ ਇਹਨਾਂ ਨੇ ਅਲਾਈਅੰਸ ਕੀਤੀ ਆ, ਤੇ ਬਾਅਦ ਵਿੱਚ ਇਹ ਪੋਲ ਦੇ ਵਿੱਚ ਜਦੋਂ ਇਲੈਕਸ਼ਨ ਤੋਂ ਬਾਅਦ ਜੇ ਕੋਈ ਇਹੋ ਜਿਹੀ ਸਥਿਤੀ ਬਣੀ ਤੇ ਆਪਸ ਵਿੱਚ ਬੇਸਿਕਲੀ ਅਲਾਈਅੰਸ ਵੀ ਕਰ ਲੈਣਗੇ। ਕੋਈ ਵੱਡੀ ਗੱਲ ਨਹੀਂ ਹੈ। ਸਾਡੇ ਕਿਸਾਨ 650 ਕਿਸਾਨਾਂ ਦੀ ਸ਼ਹਾਦਤ ਹੋਈ ਆ, ਉਹਦਾ ਜ਼ਿੰਮੇਵਾਰ ਵੀ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਬੀਜੇਪੀ ਹੋਈ ਨਾ, ਫਿਰ ਕੌਣ ਹੋਇਆ? ਮੰਤਰੀ ਸਾਹਿਬ ਕਿਹੜੀਆਂ ਚੀਜ਼ਾਂ ਪ੍ਰਾਇੋਰਟੀ ਤੇ ਰੱਖੀਆਂ ਜਾਣਗੀਆਂ, ਕਿਹੜੀਆਂ ਚੀਜ਼ਾਂ ਨੂੰ ਲੈ ਕੇ ਅੱਜ ਮੀਟਿੰਗ ਹੋਈ ਹੈ? ਕਿਉਂਕਿ ਇੱਕ ਸਬ ਕਮੇਟੀ ਬਣੀ ਹੋਈ ਹੈਗੀ ਆ ਪਾਵਰ ਪਰਚੇਜ਼ ਐਗਰੀਮੈਂਟ ਤੇ, ਉਹਦੀ ਵੀ ਇੱਕ ਅੱਧੀ ਮੀਟਿੰਗ ਸੀ। ਸੋ ਮੇਰੇ ਆਪਣੇ ਮਹਿਕਮੇ ਦੀ ਵੀ ਇੱਕ ਅੱਧੀ ਮੀਟਿੰਗ ਸੀਗੀ। ਸੋ ਇਸ ਕਰਕੇ ਮੈਨੂੰ ਲੱਗਦਾ ਕੰਮ ਤਾਂ ਸਾਨੂੰ ਕਰਨਾ ਚਾਹੀਦਾ। ਕਿ NRIs ਡਿਪਾਰਟਮੈਂਟ ਜਿਹੜਾ ਹੈਗਾ, ਕਿ ਜਿਹੜਾ NRI ਹੈ ਉਹਦਾ ਦਿਲ ਕਿਤੇ ਨਾ ਕਿਤੇ ਸ਼ਾਮ ਨੂੰ ਪੰਜਾਬ 'ਚ ਜ਼ਰੂਰ ਧੜਕਦਾ। ਸੋ ਇਸੇ ਕਰਕੇ ਹੀ ਵੀ ਚਾਹੇ ਐਜੂਕੇਸ਼ਨ ਦੇ ਵਿੱਚ, ਚਾਹੇ ਸਪੋਰਟਸ ਸੈਕਟਰ ਦੇ ਵਿੱਚ, ਜਿੱਥੇ ਵੀ ਉਹ ਸਾਡੀ ਮਦਦ ਕਰਨੀ ਚਾਹੁਣ, ਤਾਂ ਕਿ ਅਸੀਂ ਪੰਜਾਬ ਦੇ ਯੂਥ ਨੂੰ ਇੱਕ ਚੰਗਾ ਸ਼ੇਪ ਅਪ ਕਰਕੇ। ਸਿੰਘ ਸਿੱਧੂ ਜਦੋਂ ਸੀਐਮ ਬਣਦੇ ਆ ਚਰਨਜੀਤ ਸਿੰਘ ਚੰਨੀ, ਉਦੋਂ ਤੋਂ ਬਹੁਤ ਐਕਟਿਵ ਸੀ। ਉਸ ਤੋਂ ਬਾਅਦ ਪਿੱਛੇ ਚਲੇ ਗਏ, ਨਾਰਾਜ਼ਗੀ ਵੀ ਜ਼ਾਹਿਰ ਕੀਤੀ, ਤੁਸੀਂ ਵੀ ਮਨਾਉਣ ਵਾਸਤੇ ਘਰ ਗਏ ਹੋ, ਨਾਰਾਜ਼ਗੀ ਦੂਰ ਹੋ ਗਈ ਉਹਨਾਂ ਦੀ, ਹੁਣ ਵੀ ਐਕਟਿਵ ਨਜ਼ਰ ਨਹੀਂ ਆ ਰਹੇ ਹੋ। ਸੀਐਮ ਬਣਨ ਮਗਰੋਂ ਚਰਨਜੀਤ ਸਿੰਘ ਚੰਨੀ ਵੀ ਐਕਸ਼ਨ ਦੇ ਵਿੱਚ ਨੇ, ਔਰ ਜਿੰਨੇ ਵੀ ਉਹਨਾਂ ਦੇ ਮੰਤਰੀ ਨੇ ਸਾਰੇ ਆਪੋ ਆਪਣੇ ਹਲਕਿਆਂ ਦੇ ਵਿੱਚ ਜਾ ਕੇ ਸਰਗਰਮ ਹੁੰਦੇ ਨੇ। ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਅੱਜ ਵੀ ਲੰਬੀ ਚੌੜੀ ਮੀਟਿੰਗ ਹੋਈ ਹੈ ਸੀਐਮ ਚਰਨਜੀਤ ਸਿੰਘ ਚੰਨੀ ਤੇ ਉਹਨਾਂ ਦੇ ਨਾਲ ਮੰਤਰੀ ਸਰਦਾਰ ਪ੍ਰਗਟ ਸਿੰਘ ਹੁਣੀ ਤੇ ਬ੍ਰਹਮ ਮਹਿੰਦਰਾ ਹੁਣੀ ਵੀ ਮੀਟਿੰਗ ਦੇ ਵਿੱਚ ਮੌਜੂਦ ਸੀ। ਪ੍ਰਗਟ ਸਿੰਘ ਜੀ ਸਾਡੇ ਨਾਲ ਨੇ। ਮੰਤਰੀ ਸਾਹਿਬ ਕਿਹੜੀਆਂ ਚੀਜ਼ਾਂ ਪ੍ਰਾਇੋਰਟੀ ਤੇ ਰੱਖੀਆਂ ਜਾਣਗੀਆਂ, ਕਿਹੜੀਆਂ ਚੀਜ਼ਾਂ ਨੂੰ ਲੈ ਕੇ ਅੱਜ ਮੀਟਿੰਗ ਹੋਈ ਹੈ? ਨਹੀਂ, ਕੁਛ ਤਾਂ ਜਨਰਲ ਡਿਸਕਸ਼ਨਸ ਹੋਈਆਂ ਹੈਗੀਆਂ, ਔਰ ਕਿਉਂਕਿ ਇੱਕ ਸਬ ਕਮੇਟੀ ਬਣੀ ਹੋਈ ਹੈਗੀ ਆ ਪਾਵਰ ਪਰਚੇਜ਼ ਐਗਰੀਮੈਂਟ ਤੇ, ਉਹਦੀ ਵੀ ਇੱਕ ਅੱਧੀ ਮੀਟਿੰਗ ਸੀ। ਸੋ ਮੇਰੇ ਆਪਣੇ ਮਹਿਕਮੇ ਦੀ ਵੀ ਇੱਕ ਅੱਧੀ ਮੀਟਿੰਗ ਸੀਗੀ। ਸੋ ਇਸ ਕਰਕੇ ਮੈਨੂੰ ਲੱਗਦਾ ਕੰਮ ਤਾਂ ਸਾਨੂੰ ਕਰਨਾ ਚਾਹੀਦਾ। ਸਮਾਂ ਬਹੁਤ ਘੱਟ ਆ, ਸਵਾਲ ਬਹੁਤ ਵੱਡੇ ਖੜੇ ਹੋ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਵੀ ਲਗਾਤਾਰ ਟਾਰਗੇਟ ਕਰ ਰਹੇ, ਕਹਿੰਦੇ ਕਿ ਹੁਣ ਮੇਰੇ ਤੋਂ ਸਵਾਲ ਚੁੱਕਦੇ ਸੀ, ਹੁਣ ਕੰਮ ਕਰਕੇ ਦਿਖਾਉਣ। ਉਹ ਵੀ ਚੈਲੰਜ ਹੈ ਤੁਹਾਡੇ ਅੱਗੇ। ਪ੍ਰਾਇੋਰਟੀ ਤੇ ਕਿਹੜੇ ਕੰਮ ਤੁਹਾਨੂੰ ਲੱਗਦੇ ਜਿਹੜੇ ਬਹੁਤ ਜਲਦੀ ਤੁਸੀਂ, ਯਾਨੀ ਕਿ 2 ਮਹੀਨਿਆਂ ਤੋਂ ਪਹਿਲਾਂ ਕਰ ਦਿਓਗੇ? ਨਹੀਂ, ਦੇਖੋ ਸਾਰੀ ਪਾਈਪਲਾਈਨ ਦੇ ਵਿੱਚ ਹੈਗੇ ਆ, ਐਂਡ ਮੇਰਾ ਖਿਆਲ ਹੈ ਹੋਪਫੁਲੀ ਅਸੀਂ ਇਹਨੂੰ ਜਲਦੀ, ਕਿਉਂਕਿ ਕੁਛ ਹੋਮ ਡਿਪਾਰਟਮੈਂਟ ਨਾਲ ਸੰਬੰਧਿਤ ਹੈ, ਕੁਛ ਪਾਵਰ ਨਾਲ ਸੰਬੰਧਿਤ ਹੈਗੇ ਆ। ਮੇਰੇ ਆਪਣੇ ਮਹਿਕਮੇ ਜਿਹੜੇ ਆ ਉਹਦੇ ਵਿੱਚ ਬੇਸਿਕਲੀ ਟੀਚਰਸ ਦੀਆਂ ਅਲੱਗ-ਅਲੱਗ ਪ੍ਰੋਬਲਮਸ ਵੀ ਹੈਗੀਆਂ, ਸਿਸਟਮ ਦੀ ਵੀ ਪ੍ਰੋਬਲਮ ਹੈਗੀ ਆ, ਉਹਨੂੰ ਇੱਕ ਸਾਰਤਾ ਦੇ ਵਿੱਚ ਲੈ ਕੇ ਆਉਣਾ। ਉਹਦੇ 'ਤੇ ਵੀ ਜਿਹੜੇ ਐਜੂਕੇਸ਼ਨਿਸਟ ਹੈਗੇ ਆ ਜਾਂ ਜਿਹੜੇ ਅਲੱਗ-ਅਲੱਗ ਜਥੇਬੰਦੀਆਂ ਹੈਗੀਆਂ, ਉਹਨਾਂ ਨਾਲ ਮੈਂ, ਕਿਉਂਕਿ ਅਲਟੀਮੇਟਲੀ ਜਦੋਂ ਵੀ ਗੁਰੂ ਅਤੇ ਸ਼ਿਸ਼ ਦੇ ਵਿੱਚ, ਕਿਉਂਕਿ ਟੀਚਰ ਆ ਅਤੇ ਉਹਦੇ ਨਾਲ, ਕਿਉਂਕਿ ਅਲਟੀਮੇਟਲੀ ਅਸੀਂ ਬੱਚਿਆਂ ਨੂੰ ਗਰੋ ਕਰਨਾ ਹੈਗਾ। ਸੋ ਜਦੋਂ ਕੰਫਰਟੇਬਿਲਟੀ ਜਿਹੜੀ ਉਹ ਨਹੀਂ ਆਊਗੀ, ਉਨਾ ਚਿਰ ਉੱਥੇ ਉਹੋ ਜਿਹਾ ਮਾਹੌਲ ਨਹੀਂ ਬਣੂਗਾ। ਐਂਡ ਸਿਮਿਲਰਲੀ ਇਨ ਦਾ ਸਪੋਰਟਸ ਐਂਡ ਸਿਮਿਲਰਲੀ NRIs ਡਿਪਾਰਟਮੈਂਟ ਜਿਹੜਾ ਹੈਗਾ, ਕਿ ਜਿਹੜਾ NRI ਹੈ ਉਹਦਾ ਦਿਲ ਕਿਤੇ ਨਾ ਕਿਤੇ ਸ਼ਾਮ ਨੂੰ ਪੰਜਾਬ 'ਚ ਜ਼ਰੂਰ ਧੜਕਦਾ। ਸੋ ਇਸੇ ਕਰਕੇ ਹੀ ਵੀ ਚਾਹੇ ਐਜੂਕੇਸ਼ਨ ਦੇ ਵਿੱਚ, ਚਾਹੇ ਸਪੋਰਟਸ ਸੈਕਟਰ ਦੇ ਵਿੱਚ, ਜਿੱਥੇ ਵੀ ਉਹ ਸਾਡੀ ਮਦਦ ਕਰਨੀ ਚਾਹੁਣ, ਤਾਂ ਕਿ ਅਸੀਂ ਪੰਜਾਬ ਦੇ ਯੂਥ ਨੂੰ ਇੱਕ ਚੰਗਾ ਸ਼ੇਪ ਅਪ ਕਰਕੇ, ਕਿਉਂਕਿ ਇਹ ਜਿਹੜੀ ਹਿਊਮਨ ਰਿਸੋਰਸ ਹੈਗੇ ਆ, ਇਸ એનર્ਜੀ ਨੂੰ ਪੋਜ਼ੀਟਿਵ ਕਨਵਰਟ ਕਰਨਾ ਮੇਰਾ ਖਿਆਲ ਹੈ ਕਿ ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਹੈਗੀ ਆ, ਜਿਹਦੇ ਵਿੱਚ ਐਜੂਕੇਸ਼ਨ ਤੇ ਸਪੋਰਟਸ ਦੋਨੇ ਆਉਂਦੇ ਆ। ਸੋ ਉਹਦੇ 'ਤੇ ਲਗਾਤਾਰ ਜਿਹੜਾ ਉਹ ਕੰਮ ਕਰ ਰਹੇ ਆ। ਨਵਜੋਤ ਸਿੰਘ ਸਿੱਧੂ ਜਦੋਂ ਸੀਐਮ ਬਣਦੇ ਆ ਚਰਨਜੀਤ ਸਿੰਘ ਚੰਨੀ, ਉਦੋਂ ਤੋਂ ਬਹੁਤ ਐਕਟਿਵ ਸੀ। ਉਸ ਤੋਂ ਬਾਅਦ ਪਿੱਛੇ ਚਲੇ ਗਏ, ਨਾਰਾਜ਼ਗੀ ਵੀ ਜ਼ਾਹਿਰ ਕੀਤੀ, ਤੁਸੀਂ ਵੀ ਮਨਾਉਣ ਵਾਸਤੇ ਘਰ ਗਏ ਹੋ, ਨਾਰਾਜ਼ਗੀ ਦੂਰ ਹੋ ਗਈ ਉਹਨਾਂ ਦੀ, ਹੁਣ ਵੀ ਐਕਟਿਵ ਨਜ਼ਰ ਨਹੀਂ ਆ ਰਹੇ ਹੋ? ਨਹੀਂ, ਕੋਈ ਇਹੋ ਜਿਹੀ ਨਾਰਾਜ਼ਗੀ ਵਾਲੀ ਗੱਲ ਤਾਂ ਹੁਣ ਹੈ ਨਹੀਂ ਕੋਈ। ਹੀ ਇਜ਼ ਵਰਕਿੰਗ, ਕਿਉਂਕਿ ਲਖੀਮਪੁਰ ਵੀ ਗਏ ਆ, ਉਹਦੇ ਤੋਂ ਬਾਅਦ ਹੋਰ ਵੀ ਜਿਹੜੇ ਜਦੋਂ ਵੀ ਕੰਮ ਹੁੰਦੇ ਆ, ਹੀ ਇਜ਼ ਵਰਕਿੰਗ ਐਂਡ ਹੀ ਇਜ਼ ਵੈਰੀ ਐਕਟਿਵਲੀ ਇਨਵੋਲਵ ਇਨ ਜਿਹੜਾ ਸਰਕਾਰ ਦੀ ਔਰ ਜਿਹੜੀ ਪਾਰਟੀ ਦੀ ਵਰਕਿੰਗ ਦੇ ਵਿੱਚ। ਠੀਕ ਹੈ। ਅਰੂਸ ਆਲਮ ਦੇ ਮਸਲੇ 'ਤੇ ਕੀ ਕਹੋਗੇ ਪ੍ਰਗਟ ਜੀ? ਨਹੀਂ, ਮੈਂ ਨਹੀਂ ਕੁਛ ਕਹਿਣਾ ਚਾਹੁੰਦਾ। ਮੈਨੂੰ ਲੱਗਦਾ ਅਰੂਸ ਆਲਮ ਦਾ ਮਸਲਾ ਮੇਬੀ ਇੱਕ ਡਿਫਰੈਂਟ ਐਂਗਲ ਦਾ ਹੈਗਾ, ਪਰ ਪੰਜਾਬ ਦਾ ਇਸ਼ੂ ਉਹ ਇਸ ਐਂਗਲ ਦਾ ਨਹੀਂ ਹੈ। ਲੱਗਦਾ ਨਹੀਂ ਕਿ ਅਰੂਸ ਆਲਮ ਦਾ ਮਸਲਾ ਆ ਗਿਆ ਔਰ ਉਸ ਦੇ ਨਾਲ ਪੰਜਾਬ ਦੇ ਬਾਕੀ ਮੁੱਦੇ ਸਾਈਡਲਾਈਨ ਹੋ ਗਏ ਆ, ਮੀਡੀਆ ਵੀ ਇਸੇ ਚੀਜ਼ 'ਤੇ ਚਰਚਾ ਕਰ ਰਿਹਾ? ਮੈਂ ਇਹਦੇ 'ਤੇ ਕੁਛ ਕਮੈਂਟ ਨਹੀਂ ਕਰਨਾ ਚਾਹੁੰਦਾ।
ਠੀਕ ਹੈ, ਚਲੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਲਈ, ਤੁਹਾਨੂੰ ਕੀ ਲੱਗਦਾ ਬੇਅਦਬੀ ਦੇ ਮਸਲੇ ਦੀ ਗੱਲ ਕਰ ਲਈ ਜਾਵੇ ਜਾਂ ਹੋਰ ਬਹੁਤ ਸਾਰੇ ਮਸਲੇ ਆ, ਉਹਨਾਂ ਤੇ ਕਦੋਂ ਤੱਕ ਕੰਮ ਹੁੰਦਾ ਹੋਇਆ ਨਜ਼ਰ ਆਉਂਦਾ? ਸਾਰੇ ਇਸ਼ੂਜ਼ ਹੈਗੇ ਉਹਨਾਂ ਤੇ ਵੀ ਆਰ ਵਰਕਿੰਗ ਐਂਡ ਕਿਉਂਕਿ ਅਲੱਗ-ਅਲੱਗ ਮਹਿਕਮਿਆਂ ਦੇ ਇਸ਼ੂ ਹੈਗੇ ਆ। ਮੈਂ ਤਾਂ ਜਦੋਂ ਵੀ ਕੋਈ ਮੇਰੇ ਕੋ ਮੈਨੂੰ ਬੁਲਾਉਂਦਾ ਕਿਸੇ ਡਿਸਕਸ਼ਨ ਲਈ ਤਾਂ ਮੈਂ ਡੈਫੀਨੇਟਲੀ ਜਾਣਾ ਹੈਗਾ, ਬਟ ਮੈਂ ਆਈ ਸਟੈਂਡ ਬਾਈ ਦੈਟ ਕਿ ਹਾਂ ਵੀ ਉਹ ਜਿਹੜੇ ਮਸਲੇ ਆ ਸਾਨੂੰ ਉਹਦੇ ਤੇ ਐਕਸ਼ਨ ਲੈਣ ਦੀ ਜ਼ਰੂਰਤ ਹੈ, ਜਿੱਥੇ ਰਿਜ਼ੋਲਵ ਕਰਨ ਦੀ ਜ਼ਰੂਰਤ ਹੈਗੀ ਆ, ਸੋ ਦੈਟ ਕਿ ਅਸੀਂ ਜਿਹੜੀਆਂ ਗੱਲਾਂ ਕੀਤੀਆਂ ਹੈਗੀਆਂ ਉਹਦਾ ਜਿਹੜਾ ਨੈਟ ਰਿਜ਼ਲਟ ਜਿਹੜਾ ਉਹ ਜ਼ਰੂਰ ਨਿਕਲੇ। ਹਲਕਿਆਂ ਦੇ ਵਿੱਚ ਤੁਸੀਂ ਜਾ ਰਹੇ ਹੋ, ਹਲਕਿਆਂ ਦੇ ਵਿੱਚ ਲੋਕਾਂ ਦਾ ਕੀ ਕਹਿਣਾ, ਕਿਹੋ ਜਿਹਾ ਰੁਝਾਨ ਆ ਜਾਂ ਲੋਕ ਕੀ ਕਹਿੰਦੇ ਆ ਹਲਕਿਆਂ ਦੇ ਵਿੱਚ? ਫੀਡਬੈਕ ਲੈ ਰਹੇ ਹੋ ਤੁਸੀਂ, ਔਰ ਜਿਹੜੇ ਲੋਕ ਨਾਰਾਜ਼ ਸੀ ਸਰਕਾਰ ਤੋਂ, ਉਹ ਲੋਕ ਕੀ ਕਹਿੰਦੇ? ਚੇਂਜ ਹੈ, ਬਦਲਾਅ ਹੈ, ਕਿਉਂਕਿ ਇੱਕ ਤਾਂ ਥੋੜ੍ਹਾ ਬਹੁਤਾ ਚਲੋ ਕੋਵਿਡ ਦਾ ਸੀ, ਲੇਕਿਨ ਇੱਕ ਅਦਰਵਾਈਜ਼ ਵੀ ਸਰਕਾਰ ਮਿਲਦੀ ਨਹੀਂ ਸੀ ਪੁਰਾਣੀ, ਹੁਣ ਮਿਲਦੀ ਆ। ਲੋਕਾਂ ਦਾ ਫਲੋ ਹੈਗਾ, ਲੋਕਾਂ ਦਾ ਵਹਾਅ ਹੈਗਾ, ਕਿਤੇ ਨਾ ਕਿਤੇ ਮਾਈਂਡ 'ਚ ਇਹ ਵੀ ਹੈਗਾ ਕਿ ਥੋੜ੍ਹਾ ਸਮਾਂ ਰਹਿ ਗਿਆ, ਸੋ ਉਹਦਾ ਇੱਕ ਕਿਤੇ ਨਾ ਕਿਤੇ ਕਲੱਬ ਕਰਕੇ ਇੱਕ ਮਿਕਸਚਰ ਹੈਗਾ। ਔਰ ਮੈਂ ਯੰਗਸਟਰਸ ਦੇ ਕੋਲ ਜਾਂਦਾ, ਕਾਲਜਸ ਦੇ ਵਿੱਚ ਸ਼ੁਰੂ ਕੀਤਾ ਹੈਗਾ, ਤਾਂ ਉਹਨਾਂ ਕੋਲੋਂ ਫੀਡਬੈਕ ਲੈਣਾ ਕਿ ਹਾਂ ਵੀ ਤੁਸੀਂ ਕੀ ਚਾਹੁੰਦੇ ਆ ਕਿ ਐਜੂਕੇਸ਼ਨ ਕਿਹੋ ਜਿਹੀ ਹੋਵੇ, ਇੰਡਸਟਰੀ ਦੇ ਨਾਲ ਜੋੜਨ ਦੀ ਇਹਨੂੰ ਕੋਸ਼ਿਸ਼ ਹੈਗੀ ਆ, ਕਿਉਂਕਿ ਇੰਡਸਟਰੀ ਇਹ ਕਹਿੰਦੀ ਆ ਕਿ ਸਾਡੇ ਕੋਲ ਉੱਦਾਂ ਦਾ ਬੱਚਾ ਨਹੀਂ ਆ ਰਿਹਾ ਜਿਹੜਾ ਸਾਡੇ ਲਈ ਕੰਮ ਕਰ ਸਕੇ, ਅਤੇ ਜਿਹੜਾ ਬੱਚਾ ਉਹ ਕਹਿੰਦਾ ਮੈਨੂੰ ਜੌਬ ਨਹੀਂ ਮਿਲਦੀ, ਇਹਦਾ ਮਤਲਬ ਕਿਤੇ ਨਾ ਕਿਤੇ ਮਿਸਮੈਚ ਤਾਂ ਹੈ। ਸੋ ਉਹਦੇ ਉੱਤੇ ਕੰਮ ਅਸੀਂ ਕਰ ਰਹੇ ਹਾਂ ਤਾਂ ਕਿ ਇਹਨੂੰ ਠੀਕ ਪਾਸੇ ਨੂੰ ਲਿਜਾ ਕੇ ਜਿਹੜੀ ਹਿਊਮਨ ਰਿਸੋਰਸਿਸ એનર્ਜੀ ਆ ਅਲਟੀਮੇਟਲੀ ਉਹਦੀ ਪਲੇਸਮੈਂਟ ਹੋਣੀ ਚਾਹੀਦੀ ਆ, ਉਹ ਇੰਪਲੋਏਬਿਲਿਟੀ ਹੋਣੀ ਚਾਹੀਦੀ ਆ, ਕਿਉਂਕਿ ਸਾਡੇ ਬੱਚੇ ਜਿਹੜੇ ਆ ਇਸੇ ਕਰਕੇ ਬਾਹਰ ਭੱਜੇ ਜਾਂਦੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਲਾਰਜਰ ਜਿਹੜਾ ਹੈਗਾ ਉਹਦੇ ਵਿੱਚ ਦੇਖਣ ਦੀ ਜ਼ਰੂਰਤ ਹੈ। ਉਹਨੂੰ ਲੈ ਕੇ ਕੀ ਪਲਾਨ ਤਿਆਰ ਕੀਤਾ ਪ੍ਰਗਟ ਜੀ, ਕਿਉਂਕਿ ਬਹੁਤ ਆਸਾਂ ਉਮੀਦਾਂ ਲਾ ਕੇ ਲੋਕ ਬੈਠੇ ਨੇ ਤੁਹਾਡੇ ਤੋਂ? ਕਿਉਂਕਿ ਦੇਖੋ ਓਵਰਨਾਈਟ ਵਾਲਾ ਨਹੀਂ ਕੰਮ, ਲੇਕਿਨ ਮਾਹੌਲ ਯੈਸ ਡੈਫੀਨੇਟਲੀ ਆਉਣ ਵਾਲੇ ਮਤਲਬ ਥੋੜ੍ਹੇ ਦਿਨਾਂ ਦੇ ਵਿੱਚ, ਕਿਉਂਕਿ ਇੰਨੇ ਕੁ ਦਿਨਾਂ ਦੇ ਵਿੱਚ ਡਿਪਾਰਟਮੈਂਟ ਮਸੀਂ ਸਿੱਧੇ ਸੁੱਧੇ ਹੁੰਦੇ ਆ, ਲੇਕਿਨ ਇਹ ਹੈ ਕਿ ਇੱਕ ਥੱਲਿਓਂ ਇੱਕ ਮੂਵਮੈਂਟ ਖੜੀ ਕਰਨੀ, ਕਿਉਂਕਿ ਇਹਦੇ ਸਪੋਰਟਸ ਤੇ ਬੇਸਿਕਲੀ ਤਾਂ 3 ਪੜਾਅ ਆ ਕਿ ਜਿਹੜੀ ਉਹਦਾ ਬੇਸ ਜਿਹੜਾ ਬਰਾਡਰ ਹੋਣਾ ਚਾਹੀਦਾ, ਉਹਦੇ ਤੋਂ ਸਪੈਸ਼ਲਾਈਜੇਸ਼ਨ ਅਤੇ ਉਹਦੇ ਤੋਂ ਸੁਪਰ ਸਪੈਸ਼ਲਾਈਜੇਸ਼ਨ, ਕਿਉਂਕਿ ਬਰਾਡਰ ਬੇਸ ਜਿਹੜਾ ਆ ਉਹਦੇ ਤੋਂ ਹੀ ਇਹ ਚੀਜ਼ਾਂ ਸਾਰੀਆਂ ਨਿਕਲਦੀਆਂ। ਉਹਦੇ ਨਾਲ 2 ਚੀਜ਼ਾਂ ਦਾ ਫਾਇਦਾ ਹੁੰਦਾ ਕਿ ਜਿਹੜੀ એનર્ਜੀ ਆ ਸਾਡੀ ਉਹ ਕਿਤੇ ਨਾ ਕਿਤੇ ਪੋਜ਼ੀਟਿਵਲੀ ਚੈਨਲਾਈਜ਼ ਹੋ ਜਾਂਦੀ ਆ, ਅਤੇ ਉਹ ਸ਼ਾਮ ਨੂੰ ਜਿਹੜੇ ਬੱਚੇ ਹੈਗੇ ਆ ਗਰਾਊਂਡਾਂ ਦੇ ਵਿੱਚ ਉਹਨਾਂ ਦੀ ਸਿਹਤ ਪੱਖੋਂ, ਕਿਉਂਕਿ ਨਰੋਈ ਸੋਚ ਅਤੇ ਨਰੋਈ ਸਿਹਤ ਜਿਹੜੀ ਆ ਇਹ ਬੇਸਿਕਲੀ ਕੰਸੈਪਟ ਨੂੰ ਪ੍ਰਮੋਟ ਕਰਨ ਦੀ ਜ਼ਰੂਰਤ ਹੈਗੀ, ਐਂਡ ਆਈ ਐਮ ਵਰਕਿੰਗ ਔਨ ਦੈਟ। ਤੁਸੀਂ ਗੱਲ ਕਹੀ ਕਿ ਹੁਣ ਚੇਂਜ ਹੈ, ਜਿੱਦਾਂ ਪਹਿਲਾਂ ਲੋਕ ਨਾਰਾਜ਼ ਜਾਂ ਨਿਰਾਸ਼ ਕਹਿ ਲਓ ਗਰਾਊਂਡ 'ਤੇ ਸੀ, ਤੁਹਾਡਾ ਵਰਕਰ ਵੀ ਬਹੁਤ ਨਾਰਾਜ਼ ਸੀਗਾ ਪਹਿਲਾਂ, ਉਹਨਾਂ ਦੇ ਵਿੱਚ ਕੀ ਤਬਦੀਲੀ ਆਈ ਹੈ? ਜਿੱਦਾਂ ਤੁਸੀਂ ਪਹਿਲਾਂ ਕਹਿੰਦੇ ਸੀ ਕਿ ਆਪਾਂ ਜਲੰਧਰ ਵੀ ਗੱਲਬਾਤ ਕੀਤੀ ਸੀ, ਤੁਸੀਂ ਕਿਹਾ ਸੀ ਕਿ ਚਿੱਠੀਆਂ ਦੇ ਜਵਾਬ ਨਹੀਂ ਮਿਲੇ, ਹੁਣ ਤਾਂ ਸੀਐਮ ਤੁਹਾਡੇ ਨਾਲ ਬੈਠ ਕੇ ਮੀਟਿੰਗਾਂ ਲਗਾਤਾਰ ਜਾਰੀ ਨੇ। ਵੀ ਮੈਨੂੰ ਲੱਗਦਾ ਵੀ ਆਰ ਵਰਕਿੰਗ 20 ਆਵਰਸ ਏ ਡੇ, ਮੈਂ ਤਾਂ ਆਲਮੋਸਟ ਕਈ ਵਾਰੀ 16-18 ਘੰਟੇ ਤਾਂ ਆਮ ਹੋ ਜਾਂਦੇ ਹੈਗੇ ਆ, ਸੋ ਸਾਨੂੰ ਕੰਮ ਵੀ ਕਰਨਾ ਚਾਹੀਦਾ, ਇਹਦੇ ਵਿੱਚ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ, ਔਰ ਉਹਦੇ 'ਚ ਜਿੰਨਾ ਮੈਕਸੀਮਮ ਹੋ ਸਕਦਾ ਐਂਡ ਜਿਹੜੇ ਇਸ਼ੂਜ਼ ਹੈਗੇ ਆ ਉਹਨਾਂ ਦੇ ਉੱਤੇ ਤਾਂ ਜ਼ਰੂਰ ਜਿਹੜੀ ਆ ਉਹ ਨਜ਼ਰਸਾਨੀ ਵੀ ਕਰਨ ਦੀ ਜ਼ਰੂਰਤ ਹੈ, ਔਰ ਉਹਦੇ 'ਤੇ ਐਕਟ ਕਰਨ ਦੀ ਵੀ ਜ਼ਰੂਰਤ ਹੈ, ਐਂਡ ਵਿਚ ਵੀ ਆਰ ਵਰਕਿੰਗ। ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ, ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਬਣਾ ਰਹੇ ਨੇ, ਉਹਨਾਂ ਨੇ ਅਨਾਊਂਸ ਕਰ ਦਿੱਤਾ, ਕਹਿੰਦੇ ਕਿ ਬੀਜੇਪੀ ਦੇ ਨਾਲ ਵੀ ਅਸੀਂ ਜਾ ਸਕਦੇ ਹਾਂ। ਮੈਂ ਦੇਖੋ ਗੱਲ ਇਹ ਆ ਕਿ ਮੈਂ ਤਾਂ ਮੈਨੂੰ ਲੱਗਦਾ ਕਹਿ ਚੁੱਕਿਆ ਇਹ, ਮੈਂ ਤਾਂ ਪਿਛਲੇ 2.5-3 ਸਾਲਾਂ ਤੋਂ ਇਹ ਕਹਿੰਦਾ ਸੀਗਾ, ਡਿਜ਼ਾਈਨਡ ਬਾਏ ਬੀਜੇਪੀ, ਐਗਜ਼ੀਕਿਊਟਡ ਬਾਏ ਕੈਪਟਨ ਅਮਰਿੰਦਰ ਸਿੰਘ, ਸਪੋਰਟਡ ਬਾਏ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ। ਉਹ ਗੱਲ ਹੁਣ ਸਾਰੀ ਸਾਫ਼ ਹੋ ਰਹੀ ਹੈ, ਔਰ ਮੈਂ ਗਾਂ ਵੀ ਤੁਹਾਨੂੰ ਦੱਸ ਦਿੰਦਾ, ਇਹ ਬੇਸਿਕਲੀ ਇਹ ਜਦੋਂ ਉਹਨਾਂ ਦੀ ਸਪੋਰਟ ਨਾਲ ਜਾਂ ਉਹਨਾਂ ਦੀ ਅਲਾਇੰਸ ਨਾਲ ਪਾਰਟੀ ਕੈਪਟਨ ਅਮਰਿੰਦਰ ਸਿੰਘ ਬਣਾਉਣਗੇ, ਇੱਧਰੋਂ ਬੀਐਸਪੀ ਨਾਲ ਇਹਨਾਂ ਨੇ ਅਲਾਇੰਸ ਕੀਤੀ ਆ, ਅਤੇ ਬਾਅਦ ਵਿੱਚ ਇਹ ਪੋਲ ਦੇ ਵਿੱਚ ਜਦੋਂ ਇਲੈਕਸ਼ਨ ਤੋਂ ਬਾਅਦ ਜੇ ਕੋਈ ਇਹੋ ਜਿਹੀ ਸਥਿਤੀ ਬਣੀ ਤਾਂ ਆਪਸ ਵਿੱਚ ਬੇਸਿਕਲੀ ਅਲਾਇੰਸ ਵੀ ਕਰ ਲੈਣਗੇ, ਇਹ ਵੀ ਕੋਈ ਵੱਡੀ ਗੱਲ ਨਹੀਂ ਹੈ। ਸੋ ਇਸ ਕਰਕੇ ਇਹਦਾ ਮਤਲਬ ਇਹ ਹੋਇਆ ਕਿ ਇਹ ਪਹਿਲਾਂ ਹੀ ਡਿਜ਼ਾਈਨਡ ਹੋਇਆ ਸੀਗਾ, ਉਹਦਾ ਸੂਤਰਧਾਰ ਕੈਪਟਨ ਅਮਰਿੰਦਰ ਸਿੰਘ ਸੀ, ਠੀਕ ਹੈ ਨਾ, ਐਂਡ ਉਹ ਬਣਾ ਲੈਣ ਪਾਰਟੀ, ਚੰਗੀ ਗੱਲ। ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਬੀਜੇਪੀ ਕਾਨੂੰਨ ਰੱਦ ਕਰ ਸਕਦੀ ਹੈ, ਜਿੱਦਾਂ ਉਹਨਾਂ ਨੇ ਕਿਹਾ ਕਿ ਜੇ ਬੀਜੇਪੀ ਕਾਨੂੰਨ ਰੱਦ ਕਰਦੀ ਹੈ ਜਾਂ ਵਾਪਸ ਲੈਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਹੀ ਕੋਈ ਗੱਲਬਾਤ ਹੋਈ। ਤੁਹਾਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਕੈਪੇਬਲ ਹੈਗੇ ਨੇ ਇਸ ਚੀਜ਼ ਨੂੰ ਲੈ ਕੇ, ਜਾਂ ਇੰਨੀ ਗੱਲ ਮੰਨੂਗੀ ਬੀਜੇਪੀ ਉਹਨਾਂ ਦੀ? ਕੈਪਟਨ ਅਮਰਿੰਦਰ ਸਿੰਘ ਜਦੋਂ 4.5 ਸਾਲ ਚੀਫ ਮਿਨਿਸਟਰ ਰਹੇ ਉਦੋਂ ਕਰਵਾਉਣਾ ਚਾਹੀਦਾ ਸੀ। ਸਾਡੇ ਕਿਸਾਨ 650 ਕਿਸਾਨਾਂ ਦੀ ਸ਼ਹਾਦਤ ਹੋਈ ਆ, ਉਹਦਾ ਜ਼ਿੰਮੇਵਾਰ ਵੀ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਬੀਜੇਪੀ ਹੋਈ ਨਾ, ਫਿਰ ਕੌਣ ਹੋਇਆ?
ਕਿਉਂਕਿ ਜੇ ਅੱਜ ਹੋ ਸਕਦਾ, ਮੈਂ ਕਹਿੰਦਾ ਅੱਜ ਵੀ ਹੋ ਜਾਵੇ ਪੰਜਾਬ ਲਈ ਚੰਗੀ ਗੱਲ ਆ। ਮੈਂ ਨਹੀਂ ਕਹਿੰਦਾ ਇਹ ਇੱਕ ਡਿਫਰੈਂਟ ਆਸਪੈਕਟ ਹੈਗਾ, ਬਟ ਇਹਦਾ ਮਤਲਬ ਇਹ ਹੋਇਆ ਵੀ ਇਹਨਾਂ ਨੇ ਡਿਜ਼ਾਈਨ ਕਰਕੇ ਇਹਨੂੰ ਕੀਤਾ ਹੈਗਾ। ਤੇ ਇਦਾਂ ਸੂਬਿਆਂ ਦਾ ਜਾਂ ਸਰਕਾਰਾਂ ਦਾ ਜਾਂ ਹਿੰਦੁਸਤਾਨ ਦਾ ਨੁਕਸਾਨ ਤਾਂ ਨਾ ਆਪਾਂ ਕਰੀਏ। ਠੀਕ ਹੈ, ਬੀਜੇਪੀ ਕਹਿੰਦੀ ਇਸ ਦਾ ਸਵਾਗਤ ਕਰਾਂਗੇ ਕੈਪਟਨ ਆਉਂਦੇ ਆ, ਤਾਂ ਕਹਿੰਦੇ ਕੈਪਟਨ ਵਰਗਾ ਤਾਂ ਨੈਸ਼ਨਲਿਸਟ ਬੰਦਾ ਹੀ ਹੈ ਨਹੀਂ ਗਾ ਕੋਈ। ਚਲੋ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ। ਮੈਨੂੰ ਆਪਣੇ ਆਪ ਨੂੰ ਜਾਂ ਕਿਸੇ ਨੂੰ ਇਹ ਦਰਸਾਉਣ ਦੀ ਜ਼ਰੂਰਤ ਨਹੀਂ ਹੁੰਦੀ ਵੀ ਮੈਂ ਕੀ ਹਾਂ। ਲੋਕਾਂ ਨੂੰ ਸਾਰਾ ਕੁਝ ਪਤਾ ਹੀ ਹੁੰਦਾ। ਅੱਜ ਕੱਲ੍ਹ ਸੋਸ਼ਲ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਇਹਦੇ 'ਚ ਲੋਕਾਂ ਨੂੰ ਸਿਆਣਪ ਬਹੁਤ ਆ ਗਈ ਆ। ਇਸ ਕਰਕੇ ਇਹਦੇ ਬਾਰੇ ਮੈਂ ਕੋਈ ਬਹੁਤਾ ਕਮੈਂਟ ਕਰਨਾ ਨਹੀਂ ਚਾਹੁੰਦਾ। ਪੋਜੀਸ਼ਨ ਕੀ ਦੇਖਦੇ ਹੋ, ਜਾਂ ਕਾਂਗਰਸ ਦੀ ਪੋਜੀਸ਼ਨ ਵਧੀਆ ਹੋਈ ਹੈ, ਠੀਕ ਠਾਕ ਹੈ, ਕਾਫੀ ਬਿਹਤਰ ਮੰਨਦੇ ਹੋ? ਨਹੀਂ, ਬੈਟਰ ਹੋਈ ਹੈ। ਮੈਂ ਹਮੇਸ਼ਾ ਦੇਖੋ, ਮੈਂ ਤਾਂ ਉਹ ਖਿਡਾਰੀਆਂ 'ਚੋਂ ਆ ਜਿਹੜਾ ਲਾਸਟ ਮੂਮੈਂਟ ਤੱਕ ਕੰਮ ਕਰਨ ਦਾ ਇਸ਼ਕ ਹੈਗਾ। ਔਰ ਉਹਦੇ 'ਤੇ ਰਿਜ਼ਲਟ ਦੇਖੋ, ਰਿਜ਼ਲਟ ਲੋਕ ਦਿੰਦੇ ਹੁੰਦੇ ਆ, ਰਿਜ਼ਲਟ ਲੋਕਾਂ ਦਾ ਮੈਂਡੇਟ ਆ। ਸੋ ਵਟ ਐਵਰ ਦਾ ਮੈਂਡੇਟ ਵਿਲ ਬੀ, ਉਹ ਐਕਸੈਪਟ ਹੋਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਪ੍ਰਗਟ ਸਿੰਘ। ਸੋ ਮੰਤਰੀ ਸਰਦਾਰ ਪ੍ਰਗਟ ਸਿੰਘ ਹੁਣੀ ਸਾਡੇ ਨਾਲ ਮੌਜੂਦ ਸਨ। ਸੀਐਮ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਨਾਲ ਮੀਟਿੰਗ ਕਰਕੇ ਆਏ ਨੇ, ਤੇ ਕਹਿੰਦੇ ਕਾਫੀ ਬਦਲਾਅ ਹੁੰਦਾ ਹੋਇਆ ਨਜ਼ਰ ਆ ਰਿਹਾ, ਗਰਾਊਂਡ ਤੇ ਵੀ ਕਾਫੀ ਬਦਲਾਅ ਹੁੰਦੇ ਹੋਏ ਨਜ਼ਰ ਆ ਰਹੇ। ਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਵੀ ਇਹਨਾਂ ਨੇ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਪਹਿਲਾਂ ਤੋਂ ਹੀ ਤੈਅ ਸੀ, ਪਰ ਫਿਰ ਵੀ ਜੇ ਕੈਪਟਨ ਅਮਰਿੰਦਰ ਸਿੰਘ ਖੇਤੀਬਾੜੀ ਕਾਨੂੰਨ ਰੱਦ ਕਰਾ ਦਿੰਦੇ ਆ ਤਾਂ ਚੰਗੀ ਗੱਲ ਹੋਏਗੀ, ਕਿਉਂਕਿ 650 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਹੋ ਗਈ ਹੈ ਔਰ ਲੰਬੇ ਸਮੇਂ ਤੋਂ ਕਿਸਾਨ ਬੈਠੇ ਆ। ਹੁਣ ਵੀ ਜੇ ਕਾਨੂੰਨ ਰੱਦ ਹੁੰਦੇ ਤਾਂ ਕਹਿੰਦੇ ਚੰਗੀ ਗੱਲ ਹੈ। ਤੇ ਨਾਲ ਹੀ ਇਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿਕਾਸ ਕਾਰਜਾਂ ਲਈ ਲਗਾਤਾਰ ਮੀਟਿੰਗਾਂ ਜਾਰੀ ਨੇ ਔਰ 24 ਘੰਟੇ ਸਰਕਾਰ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ। ਕੈਮਰਾ ਪਰਸਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।